ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ 13 ਅਪ੍ਰੈਲ ਪੰਜਾਬ ਦੇ ਇਤਿਹਾਸ 'ਚ ਮਹੱਤਵ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਉੱਘੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਸਿੰਘ ਜੀ, ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀ ਬਰੂਹਾਂ ਤੇ ਚੱਲ ਰਹੇ ਸੰਘਰਸ਼ ਨੂੰ ਜਿਹੜਾ ਹੈ 4.5 ਮਹੀਨੇ ਦਾ ਸਮਾਂ ਪੂਰਾ ਹੋ ਚੁੱਕਿਆ ਹੈ। ਇਸੇ ਦੌਰਾਨ ਦਿਨ ਆਉਂਦਾ 13 ਅਪ੍ਰੈਲ ਦਾ, ਜਿਹਦਾ ਕਿ ਪੰਜਾਬ ਦੇ ਇਤਿਹਾਸ 'ਚ ਇੱਕ ਵੱਖਰਾ ਹੀ ਮਹੱਤਵ ਹੈ। ਇਸ ਦਿਨ ਨੂੰ ਵਿਸਾਖੀ ਦੇ ਤਿਉਹਾਰ ਵਜੋਂ ਵੀ ਮਨਾਇਆ ਜਾਂਦਾ, ਜੋ ਕਿ ਕਿਸਾਨਾਂ ਨਾਲ ਸੰਬੰਧਿਤ ਹੈ। ਇਸੇ ਦਿਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਤੇ ਜਲਿਆਂਵਾਲੇ ਬਾਗ ਦੀ ਘਟਨਾ ਵੀ ਜਿਹੜੀ ਸੀ ਇਸੇ ਦਿਨ ਵਾਪਰੀ ਸੀ। ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਵਿਸਾਖੀ ਦੇ ਤਿਉਹਾਰ ਤੋਂ। ਅਸੀਂ ਜਾਣਨਾ ਚਾਹਾਂਗੇ ਵਿਸਾਖੀ ਦੇ ਤਿਉਹਾਰ ਦਾ ਪਿਛੋਕੜ ਕੀ ਹੈ ਤੇ ਇਹਦਾ ਪੰਜਾਬੀਆਂ ਦੇ ਜੀਵਨ ਵਿੱਚ ਕੀ ਮਹੱਤਵ ਹੈ। ਅਸਲ ਦੇ ਵਿੱਚ ਵਿਸਾਖੀ ਦਾ ਤਿਉਹਾਰ ਜਾਂ ਉਤਸਵ ਇਸ ਲਈ ਮਨਾਇਆ ਜਾਂਦਾ ਸੀ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਅਨਾਜ ਆਉਂਦਾ ਘਰਾਂ ਦੇ ਵਿੱਚ। ਖਾਸ ਤੌਰ 'ਤੇ ਕਿਸਾਨੀ ਪਿਛੋਕੜ ਵਾਲਾ ਖਿੱਤਾ ਹੋਣ ਦੇ ਕਰਕੇ ਇਹ ਬਹੁਤ ਮਹੱਤਵਪੂਰਨ ਹੈ ਕਿ ਲੋਕਾਂ ਦੇ ਕੋਲ ਛਮਾਹੀ ਬਾਅਦ ਮਤਲਬ ਕੋਈ ਆਮਦਨ ਦਾ ਸਰੋਤ ਆਉਂਦਾ ਸੀ, ਅਨਾਜ ਆਉਂਦਾ ਸੀ, ਤਾਂ ਉਹਨੂੰ ਉਹ ਜਸ਼ਨ ਦੇ ਰੂਪ ਦੇ ਵਿੱਚ ਇੱਕ ਲੈਵਲ 'ਤੇ ਮਨਾਉਂਦੇ ਸੀ। ਔਰ ਇਸੇ ਕਰਕੇ ਉਦੋਂ ਤੋਂ ਬਾਅਦ ਕਿੰਨੀਆਂ ਹੀ ਕਵਿਤਾਵਾਂ ਵੀ ਲਿਖੀਆਂ ਗਈਆਂ। ਸ਼ਾਇਦ ਮੌਸਮ ਦੀ ਤਬਦੀਲੀ ਨਾਲ ਥੋੜ੍ਹਾ ਬਹੁਤ ਫਰਕ ਵੀ ਪਿਆ ਕਿਉਂਕਿ ਪਹਿਲਾਂ ਸ਼ਾਇਦ ਧਨੀ ਰਾਮ ਚਾਤਰਿਕ ਵਗੈਰਾ ਵਰਗੇ ਜਿਹੜੇ ਪਤਾ ਨਹੀਂ ਕਿ ਉਸ ਹਾਲਾਤ ਦੇ ਵਿੱਚ ਲਿਖਿਆ ਤੂੜੀ ਤੰਦ ਸਾਂ ਹਾੜੀ ਵੇਚ ਵੱਟ ਕੇ ਲੰਬੜਾ ਤੇ ਸਾਹਾਂ ਦਾ ਹਿਸਾਬ ਕੱਟ ਕੇ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ ਦਾ ਜਿਹੜਾ ਮਾਮਲਾ ਹੈ ਨਾ, ਉਹ ਸਾਰਾ ਮਾਹੌਲ ਐਂ ਸੀ ਕਿ ਉਹਨਾਂ ਦਿਨਾਂ ਤੋਂ ਇਹ ਜਿਹੜਾ ਵਿਸਾਖੀ ਦਾ ਤਿਉਹਾਰ ਹੈ ਜਿਸ ਲੈਵਲ 'ਤੇ ਮਨਾਇਆ ਜਾਂਦਾ। ਔਰ ਅੱਜ ਵੀ ਇਸੇ ਕਰਕੇ ਕਿਸਾਨ ਅੰਦੋਲਨ ਹੈ ਕਿਉਂਕਿ ਕਿਸਾਨੀ ਨਾਲ ਜੁੜਿਆ ਹੋਇਆ ਵਿਸਾਖੀ ਦਾ ਬਹੁਤ, ਚਾਹੇ ਸਾਰੇ ਸਮਾਜ ਨਾਲ ਜੁੜਿਆ ਹੋਇਆ ਪਰ ਖੇਤੀ ਅਤੇ ਕਿਸਾਨੀ ਨਾਲ ਜ਼ਿਆਦਾ ਜੁੜਿਆ ਹੋਣ ਕਰਕੇ ਅੱਜ ਅੰਦੋਲਨ 'ਚ ਕਿਸਾਨ ਸਾਰਾ ਸਿੰਘੂ ਬਾਰਡਰ ਹੈ, ਟੇਕਰੀ ਬਾਰਡਰ ਹੈ, ਗਾਜੀਪੁਰ ਬਾਰਡਰ ਹੈ। ਇਸ ਲਈ ਇਸ ਨੂੰ ਵਿਸਾਖੀ ਨੂੰ ਉੱਥੇ ਮਨਾਉਣ ਦਾ ਉਹਨਾਂ ਨੇ ਫੈਸਲਾ ਕੀਤਾ। ਇਕੱਠੇ ਹੋ ਕੇ ਵਿਸਾਖੀ ਵੀ ਮਨਾਈ ਜਾਏਗੀ। ਜਲਿਆਂਵਾਲੇ ਬਾਗ ਦਾ ਜਿਹੜਾ ਸਾਲਾਨਾ ਯਾਦਗਾਰ ਹੈ ਉਹਦੇ 'ਤੇ ਵੀ ਗੱਲ ਹੋਏਗੀ। ਅਤੇ ਇਸੇ ਤਰ੍ਹਾਂ ਜਿਹੜਾ ਇੱਕ ਬਹੁਤ ਇਨਕਲਾਬੀ ਤਬਦੀਲੀ ਦਾ ਸਵਾਲ ਹੈ ਕਿ ਖਾਲਸਾ ਪੰਥ ਦੀ ਸਾਜਨਾ ਦਾ, ਉਹ ਇਕੱਠੇ ਹੋ ਕੇ ਉੱਥੇ ਉਹਨਾਂ ਨੇ ਮਨਾਉਣ ਦੀ ਇੱਕ ਗੱਲ ਕੀਤੀ ਹੈ। ਇਹਦਾ ਮਹੱਤਵ ਇਹੀ ਹੈ ਕਿ ਜੇਕਰ ਕਿਸਾਨੀ ਦੇ ਸਵਾਲ ਦੇ ਵਿੱਚ ਅੱਜ ਕੱਲ੍ਹ ਇਹ ਮਹੱਤਵ ਹੈ ਕਿ ਜੇਕਰ ਇਹ ਸਾਰੀ ਕਿਸਾਨੀ ਨੂੰ ਹੁਣ ਉਹ ਕਿਸਾਨਾਂ ਦਾ ਨਾਂ ਰਹਿ ਕੇ, ਆਮ ਬੰਦੇ ਦਾ ਨਾਂ ਰਹਿ ਕੇ, ਕਿਰਤੀਆਂ ਦੀ ਨਾਂ ਰਹਿ ਕੇ ਖੇਤੀ ਕਾਰਪੋਰੇਟ ਦੇ ਹਵਾਲੇ ਹੋ ਜਾਏਗੀ ਤਾਂ ਕਾਰਪੋਰੇਟ ਘਰਾਣੇ ਤਾਂ ਕਿਸਾਨ ਬਣ ਜਾਣਗੇ ਇੱਕ ਟਾਈਪ ਦਾ, ਉਹ ਖੇਤੀ ਕਰਨਗੇ ਡਾਇਰੈਕਟਲੀ, ਅਤੇ ਬਾਕੀ ਸਾਰੇ ਬੰਦੇ ਖੇਤੀ ਤੋਂ ਜਾਂ ਜ਼ਮੀਨ ਤੋਂ ਜਾਂ ਬਾਕੀ ਚੀਜ਼ਾਂ ਤੋਂ ਬਾਹਰ ਹੋ ਜਾਣਗੇ। ਇਸ ਲਈ ਅੱਜ ਇਹ ਇੱਕ ਬਹੁਤ ਵੱਡਾ ਮਤਲਬ ਪਿਛੋਕੜ ਦੇ ਨਾਲ ਜੋੜ ਕੇ ਇੱਕ ਚਰਚਾ ਕਰਨ ਦਾ ਸਵਾਲ ਵੀ ਹੈ। ਔਰ ਈਵਨ ਇਸੇ ਕਰਕੇ ਇੱਕ ਇਤਿਹਾਸ ਦੇ ਵਿੱਚ ਇਹ ਆਉਂਦਾ ਕਿ ਜਦੋਂ ਪਹਿਲਾਂ ਵੀ ਲੋਕਾਂ ਕੋਲ ਜ਼ਮੀਨ ਨਹੀਂ ਸੀ, ਜ਼ਮੀਨ ਹਲਵਾਹਕ ਦੇ ਕੋਲ ਨਹੀਂ ਸੀ, ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਸਰਹੰਦ ਜਿੱਤਣ ਤੋਂ ਬਾਅਦ ਆਪਣਾ ਰਾਜ ਕਾਇਮ ਕੀਤਾ ਤਾਂ ਉਹਨਾਂ ਨੇ ਜ਼ਮੀਨ ਹਲਵਾਹਕ ਦੀ ਦਾ ਪਹਿਲਾ ਅਸੂਲ ਲਾਗੂ ਕੀਤਾ। ਸਭ ਨੂੰ ਉਹ ਪੱਤਰੇ ਦਿੱਤੇ ਕਿ ਤੇ ਅੱਜ ਤੋਂ ਤੁਸੀਂ ਮਾਲਕ ਹੋ, ਇਹ ਵੱਡੇ ਜਗੀਰਦਾਰ ਮਾਲਕ ਨਹੀਂ ਹੈ। ਔਰ ਉਸ ਨੂੰ ਤੇ ਅੱਜ ਨਾਲ ਜਦੋਂ ਜੋੜਦੇ ਹਾਂ ਤਾਂ ਹੁਣ ਫਿਰ ਜ਼ਮੀਨ ਹਲਵਾਹਕ ਦੀ ਬਜਾਏ ਉਹ ਕਾਰਪੋਰੇਟ ਕੋਲ ਹੁੰਦੀ ਜਾ ਰਹੀ ਹੈ। ਅਤੇ ਜਿਹੜੀ ਪਹਿਲਾਂ ਕਿ ਹਿਸਟਰੀ ਨੂੰ ਪੁੱਠਾ ਗੇੜਾ ਦੇਣ ਦਾ ਇੱਕ ਸਵਾਲ ਹੈ। ਔਰ ਜ਼ਮੀਨ 'ਤੇ ਉਸ ਸਾਰੇ ਦੀ ਮਾਲਕੀ ਦੇ ਜਿਹੜੇ ਸਵਾਲ ਨੇ ਇਹ ਕਾਫੀ ਵੱਡੇ ਸ਼ੁਰੂ ਤੋਂ ਹੀ ਰਹੇ ਨੇ। ਈਵਨ ਇਸ ਚੱਲਦੇ ਦੌਰ ਦੇ ਵਿੱਚ ਇਹ ਸਵਾਲ ਵੀ ਰਹੇ ਨੇ ਕਿ ਜ਼ਮੀਨਾਂ ਦੀ ਜਿਹੜੀ ਵੰਡ ਹੈ ਉਹ ਕਿਵੇਂ ਦਰੁਸਤ ਹੋਵੇ। ਇਸੇ ਕਰਕੇ ਆਜ਼ਾਦ ਭਾਰਤ ਦੇ ਵਿੱਚ ਪੰਜਾਬ 'ਚ 17 ਏਕੜ ਦਾ ਇੱਕ ਲੈਂਡ ਸੀਲਿੰਗ ਵੀ ਲਾਈ ਗਈ ਕਿ ਉਹਨੂੰ ਠੀਕ ਤਰੀਕੇ ਨਾਲ ਵੰਡੀ ਜਾਵੇ। ਅੱਜ ਵੀ ਕਿਹਾ ਜਾ ਰਿਹਾ ਕਿ ਕਈ ਬੜੇ ਅਮੀਰ ਘਰਾਣੇ ਆਪੋ ਆਪਣੇ, ਲੋਕ ਤਾਂ ਕਹਿੰਦੇ ਜੇ ਕੁੱਤੇ ਬਿੱਲਿਆਂ ਦੇ ਨਾਂ ਕਰਾ ਕੇ ਵੀ ਤੇ ਉਹ ਆਪਣੇ ਨਾਂ ਰੱਖਦੇ ਨੇ ਉਸ ਪੱਧਰ ਦੇ ਉੱਤੇ। ਇਸ ਲਈ ਇਹ ਵਿਸਾਖੀ ਦੇ ਨਾਲ ਜੋੜ ਕੇ ਜਿਹੜੀਆਂ ਚੀਜ਼ਾਂ ਵੀ ਨੇ ਅਤੇ ਉੱਥੇ ਕ੍ਰਿਟੀਕਲੀ ਸਿਆਸੀ ਤੌਰ 'ਤੇ, ਆਰਥਿਕ ਤੌਰ 'ਤੇ, ਰੋਜੀ ਰੋਟੀ ਦੇ ਤੌਰ 'ਤੇ ਜੁੜਿਆ ਜਿਹੜਾ ਤਿਉਹਾਰ ਹੈ ਅਤੇ ਉੱਥੇ ਗੱਲਬਾਤ ਜਿਹੜੀ ਹੋਏਗੀ ਔਰ ਇਹ ਵਿਰਸੇ ਨੂੰ ਵੀ ਜੋੜੇਗੀ ਅਤੇ ਵਿਰਸੇ ਤੋਂ ਪ੍ਰੇਰਨਾ ਲੈ ਕੇ ਅੱਗੇ ਜਿਹੜਾ ਭਵਿੱਖ ਦਾ ਨਕਸ਼ਾ ਜਾਂ ਭਵਿੱਖ ਦੇ ਵਿੱਚ ਜਿਹੜੇ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਦਾ ਆਧਾਰ ਬਣੇਗੀ। ਜੀ ਹਮੀਰ ਸਿੰਘ ਜੀ, ਅੱਜ ਦੇ ਦਿਨ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ 13 ਅਪ੍ਰੈਲ ਨੂੰ ਜਿਹੜੀ ਕੀਤੀ ਸੀ, ਅਤੇ ਅਸੀਂ ਜਾਣਨਾ ਚਾਹਾਂਗੇ ਵੀ ਕਿ ਉਸ ਸਮੇਂ ਦੇ ਹਾਲਾਤ ਅਤੇ ਜਿਹੜੇ ਮੌਜੂਦਾ ਸਮੇਂ ਦੇ ਹਾਲਾਤ ਨੇ ਉਹ ਕਿੱਥੇ ਕੁ ਖੜ੍ਹੇ ਨੇ, ਇਹਨਾਂ 'ਚ ਕੀ ਫਰਕ ਹੈ, ਕੀ ਤਬਦੀਲੀ ਆ ਚੁੱਕੀ ਹੈ। ਅਸਲ ਦੇ ਵਿੱਚ ਉਸ ਸਮੇਂ ਇਹ ਮੰਨਿਆ ਜਾ ਰਿਹਾ ਸੀ ਉਦੋਂ ਪਹਿਲਾਂ ਕਿ ਔਰੰਗਜ਼ੇਬ ਦਾ ਰਾਜ ਸੀ। ਔਰੰਗਜ਼ੇਬ ਨਾਰਮਲੀ ਇੱਕ ਪੂਰੇ ਦੇਸ਼ ਦੇ ਵਿੱਚ ਇੱਕੋ ਧਰਮ, ਇੱਕੋ ਤਰੀਕਾ ਬੋਲੀ, ਇੱਕੋ ਟਾਈਪ ਦਾ ਸਮਾਜ ਸਿਰਜਣ ਦਾ ਜਿਹੜਾ ਇੱਕ ਕਿਸੇ ਰਾਜੇ ਅਤੇ ਹੁਕਮਰਾਨ ਦੇ ਦਿਮਾਗ ਦੇ ਵਿੱਚ ਇੱਕ ਗੱਲ ਘਰ ਕਰ ਜਾਂਦੀ ਹੈ ਅਤੇ ਉਹ ਗੱਲ ਘਰ ਕਰੀ ਹੋਈ ਸੀ। ਅਤੇ ਉਹਨਾਂ ਗੱਲਾਂ ਦੇ ਵਿੱਚੋਂ ਹੀ ਫਿਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨਿਕਲਦੀ ਹੈ। ਅਤੇ ਉਹ ਸ਼ਹਾਦਤ ਇਹੀ ਸੀ ਕਿ ਉਦੋਂ ਇੱਕ ਘਟਨਾ ਇਹਦੇ ਨਾਲ ਵੀ ਜੋੜੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜੇ ਹੁਣ ਤੱਕ ਦੀ ਰਿਸਰਚ ਜਾਂ ਵੱਖ-ਵੱਖ ਹੋਈ ਹੈ ਕਿ ਉਹਨਾਂ ਦੀ 3 ਵਾਰ ਗ੍ਰਿਫਤਾਰੀ ਹੋਈ ਅਤੇ ਇਹ ਲਾਸਟ ਵਾਰ ਦੀ ਗ੍ਰਿਫਤਾਰੀ ਦੇ ਨਾਲ
ਨਾਲ ਇੱਕ ਕਸ਼ਮੀਰੀ ਪੰਡਤਾਂ ਦਾ ਇਸ਼ੂ ਵੀ ਜੁੜਦਾ ਹੈ ਕਿ ਜਦੋਂ ਔਰੰਗਜ਼ੇਬ ਨੇ ਕਿਹਾ ਕਿ ਸਾਰੇ ਮੁਸਲਮਾਨ ਵੱਲੋਂ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਤੁਸੀਂ ਜਾ ਕੇ ਕਹਿ ਦਿਓ ਕਿ ਉਹਨਾਂ ਨੂੰ ਤੁਸੀਂ ਮਨਾ ਲਓਗੇ ਤਾਂ ਬੌਧਿਕ ਤੌਰ 'ਤੇ ਅਸੀਂ ਉਸ ਗੱਲ ਨੂੰ ਤੁਹਾਡੀ ਨੂੰ ਪ੍ਰਵਾਨ ਕਰ ਲਾਂਗੇ। ਤਾਂ ਜਿਸ ਤਰੀਕੇ ਦੇ ਨਾਲ ਆਪਣੀ ਰਿਟ ਮਨਵਾਉਣ ਦਾ ਹੁਕਮਰਾਨ ਦਾ ਇੱਕ ਤਰੀਕਾ ਹੁੰਦਾ, ਉਹਦੇ ਕੋਲ ਇੱਕ ਤਾਕਤ ਹੁੰਦੀ ਹੈ, ਉਹਦੇ ਸਾਹਮਣੇ ਖੜੇ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਆਪ ਤੇ ਉਹਨਾਂ ਦੇ ਨਾਲ ਜਿਹੜੇ ਬਾਕੀ ਦੇ ਜਿਹੜੇ ਸਿੱਖ ਗਏ ਸੀ, ਭਾਈ ਮਤੀ ਦਾ, ਸਤੀ ਦਾ, ਸਾਰੇ ਜਿਨ੍ਹਾਂ ਨਾਲ ਉਸੇ ਲੈਵਲ ਦੇ ਤਸ਼ੱਦਦ ਕੀਤਾ ਗਿਆ, ਤਾਂ ਉਹਨਾਂ ਦੀ ਸ਼ਹਾਦਤ ਹੋਈ। ਤੇ ਸ਼ਹਾਦਤ ਤੋਂ ਬਾਅਦ ਲਗਾਤਾਰ ਫਿਰ ਇੱਕ ਮਾਹੌਲ ਪੈਦਾ ਹੁੰਦਾ ਕਿ ਹੁਣ ਫਿਰ ਲੜਾਈ ਕਿਸ ਲੈਵਲ ਦੀ ਹੋਵੇ। ਤਾਂ ਲੜਾਈ ਦੇ ਵਿੱਚ ਇੱਕ ਆਰਗੇਨਾਈਜ਼ਡ, ਇੱਕ ਸੰਗਠਿਤ ਸ਼ਾਇਦ ਸੰਗਠਨ ਦੀ ਲੋੜ ਪਈ, ਜਿਹੜਾ ਪਹਿਲਾਂ ਪ੍ਰਚਾਰ ਦਾ ਇੱਕ ਮੇਨ ਸਾਧਨ ਸੀ ਤੇ ਬਾਕੀ ਚੀਜ਼ਾਂ ਸੀ। ਤੇ ਉਤੋਂ ਲਗਭਗ 24 ਸਾਲ ਲੱਗੇ ਇੱਕ ਇਸ ਵਿਕਾਸ ਨੂੰ, ਇਸ ਪ੍ਰਕਿਰਿਆ ਨੂੰ। ਤੇ 1675 ਦੇ ਵਿੱਚ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਤੇ ਉਸ ਤੋਂ ਬਾਅਦ 1699 ਦੇ ਵਿੱਚ ਆ ਕੇ ਗੁਰੂ ਗੋਬਿੰਦ ਸਿੰਘ ਖਾਲਸਾ ਪੰਥ ਦੀ ਸਾਜਨਾ ਕਰਦੇ ਨੇ। ਤੇ ਉਹਨਾਂ ਨੇ ਇਹ ਕਿਹਾ ਕਿ ਹੁਣ ਚਾਹੇ ਸਿੱਖ ਇਤਿਹਾਸ 'ਚ ਇਦੋਂ ਪਹਿਲਾਂ ਹੀ ਹੈ, ਸਿੱਖ ਫਿਲਾਸਫੀ 'ਚ ਦਰਜ ਹੈ, ਔਰ ਸਿੱਖ ਫਿਲਾਸਫੀ ਇਹ ਕਹਿੰਦੀ ਹੈ ਕਿ ਜਿਨ ਤਨ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਜਿਸ ਮਾਰਜ ਪੈਰ ਤਤੀ ਜੈ, ਸਿਰ ਦੀਜੈ ਕਾਰਨ ਨਾ ਕੀਜੈ। ਔਰ ਉਹ ਸ਼ੁਰੂ ਤੋਂ ਹੀ ਬੰਦੇ ਨੂੰ ਇਹ ਕਹਿੰਦੀ ਹੈ ਕਿ ਜੇ ਇਸ ਫਿਲਾਸਫੀ ਦੇ ਤਹਿਤ ਕੰਮ ਕਰਨਾ ਹੈ ਤਾਂ ਸਿਰ ਧੜੀ ਤੇ ਧਰਨ ਦਾ ਮਤਲਬ ਇਹ ਹੁੰਦਾ ਕਿ ਜਨਮ ਮਰਨ ਤੋਂ ਖਤਮਾ ਕਰਕੇ ਕਿ ਜੋ ਵੀ ਇਸ ਲੈਵਲ ਦੀ ਦਰੇਲੀ ਰਹਿ ਕੇ ਆਉਣਾ ਪਏਗਾ। ਔਰ ਉਹ ਚਲਦੀ ਗੁਰੂ ਅਰਜਨ ਦੇਵ ਦੀ ਸ਼ਹੀਦੀ, ਗੁਰੂ ਤੇਗ ਬਹਾਦਰ ਦੀ ਸ਼ਹੀਦੀ, ਉਹਦੇ ਰਾਹ 'ਚ ਹੋਰ ਸ਼ਹੀਦੀਆਂ, ਤੇ ਫਿਰ ਉਹ ਖਾਲਸਾ ਪੰਥ ਤੱਕ ਪਹੁੰਚਦਾ। ਤੇ ਇਸੇ ਕਰਕੇ ਜਿਹੜੀ ਘਟਨਾ ਦਾ ਜ਼ਿਕਰ ਕੀਤਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਵੀ ਇਹੀ ਕਿਹਾ ਜਦੋਂ ਪੰਜ ਪਿਆਰੇ ਸਾਜੇ ਕਿ ਜਿਹੜੇ ਆਪਣਾ ਸਿਰ ਦੇਣ ਲਈ ਤਿਆਰ ਨੇ ਤੇ ਉਹ ਆਓ ਮੈਦਾਨ ਦੇ ਵਿੱਚ। ਤੇ ਇਸ ਲੈਵਲ ਦੀ ਗੱਲ ਹੈ। ਤਾਂ ਪੰਜ ਪਿਆਰੇ ਜਿਹੜੇ ਆਉਂਦੇ ਨੇ, ਔਰ ਉਹ ਇਸ ਕਰਕੇ ਵੀ ਖੂਬਸੂਰਤ ਹੈ, ਇਕੱਲਾ ਇੰਨਾ ਮਾਮਲਾ ਨਹੀਂ ਹੈ ਕਿ ਉਹ ਇਕੱਲਾ ਸੰਗਠਨ ਦਾ ਮਾਮਲਾ ਹੈ, ਇਕੱਲਾ ਰੈਜੀਮੈਂਟਾਈਜੇਸ਼ਨ ਹੈ, ਇੱਕ ਮਿਲਟਰੀ ਤਿਆਰ ਕਰਨੀ ਹੈ ਜਿਹੜੇ ਲੜਦੇ ਨੇ। ਉਹਦੇ 'ਚ ਹੋਰ ਜਿਹੜੇ ਉਸ ਫਿਲਾਸਫੀ ਨੂੰ ਉਤਾਰਨਾ ਹੁੰਦਾ ਅਮਲ ਦੇ ਵਿੱਚ, ਉਹ ਚੀਜ਼ਾਂ ਵੀ ਨੇ। ਉਹ 'ਚ ਜਾਤ ਪਾਤ ਦਾ ਇੱਕ ਬੜਾ ਵੱਡਾ ਐਂਗਲ ਹੈ ਉਸ ਪੱਧਰ ਦੇ ਉੱਤੇ। ਉਹ ਵੱਖ-ਵੱਖ ਜਾਤਾਂ ਤੋਂ ਬੰਦੇ ਆਉਂਦੇ ਨੇ ਤੇ ਉਹਨੂੰ ਇੱਕ ਅੰਮ੍ਰਿਤਪਾਨ ਕਰਾਉਂਦੇ ਨੇ ਇਕੱਠੇ, ਕਿ ਸਮਾਜਿਕ ਬਰਾਬਰੀ ਕਿਵੇਂ ਤੁਹਾਡੇ ਸੰਗਠਨ ਦੇ ਵਿੱਚ ਸ਼ਾਮਲ ਹੋ ਜਾਣੀ ਚਾਹੀਦੀ ਹੈ ਸੁਭਾਵਿਕ ਤਰੀਕੇ ਦੇ ਨਾਲ, ਕਿ ਤੁਸੀਂ ਉਹਨਾਂ ਤੋਂ ਉੱਪਰ ਉੱਠੋਗੇ। ਜਿਹੜੇ ਵੰਡ ਦੇ ਸਵਾਲ ਨੇ, ਜਿਨ੍ਹਾਂ ਦੇ ਖਿਲਾਫ ਲੜਨਾ ਸੀ ਉਹਨਾਂ ਨੇ, ਔਰ ਜੇ ਦੂਜੇ ਪਾਸੇ ਏਕਤਾ ਹੁੰਦੀ ਸਾਰੇ ਮਾਮਲੇ ਦੀ, ਤਾਂ ਹੀ ਹੈ ਨਾ ਵਿਚਾਰਕ ਤੌਰ 'ਤੇ ਦਲੇਰੀ, ਚਿੜੀਆਂ ਨਾਲ ਬਾਜਾਂ ਨਾਲ ਚਿੜੀਆਂ ਨੂੰ ਲੜਾਉਣ ਦਾ ਜਿਹੜਾ ਇੱਕ ਬੜਾ ਦਲੇਰ ਇਰਾਦੇ ਦਾ ਮਨੁੱਖ ਪੈਦਾ ਕਰਨਾ, ਤੇ ਦੂਜਾ ਉਹ ਮਨੁੱਖ ਪੈਦਾ ਕਰਨਾ ਜਿਹੜਾ ਇਨਸਾਫ ਪਸੰਦ ਹੋਵੇ, ਜਿਹੜਾ ਸਮਾਜਿਕ ਬਰਾਬਰੀ ਦੀ ਗੱਲ ਕਰਦਾ ਹੋਵੇ, ਸਿਆਸੀ ਆਰਥਿਕ ਆਜ਼ਾਦੀ ਦੀ ਗੱਲ ਕਰਦਾ ਹੋਵੇ, ਸਮੂਹਿਕ ਤੌਰ 'ਤੇ ਗੱਲ ਕਰਦਾ ਹੋਵੇ। ਉਸ ਨੂੰ ਮਸਲੇ ਇਸ ਧਰਤੀ ਦੇ ਉੱਤੇ ਉਤਾਰਨਾ, ਉਸ ਪੱਧਰ ਦੇ ਉੱਤੇ ਜਿਹੜੀਆਂ ਚੀਜ਼ਾਂ ਚੱਲਦੀਆਂ ਨੇ ਅੱਜ ਦੇ ਮਾਹੌਲ ਦੇ ਵਿੱਚ, ਇਹ ਪ੍ਰਸੰਗਿਕਤਾ ਇਸ ਕਰਕੇ ਬਹੁਤ ਵੱਡੇ ਪੱਧਰ 'ਤੇ ਹੈ। ਇੱਕ ਤਾਂ ਇਹ ਵੀ ਸੋਚਣਾ ਪਏਗਾ ਕਿ ਜਿਸ ਲੈਵਲ ਦਾ ਗੁਰੂ ਗੋਬਿੰਦ ਸਿੰਘ ਨੇ ਪੰਥ ਸਾਜਿਆ ਸੀ, ਜਾਂ ਜਿਹੋ ਜਿਹਾ ਬੰਦਾ, ਜਿਹੋ ਜਿਹਾ ਮਨੁੱਖ ਗੁਰਬਾਣੀ ਦੀ ਵਿਚਾਰਧਾਰਾ ਦੇ ਆਧਾਰ 'ਤੇ ਚਿਤਵਿਆ ਜਾਂਦਾ ਹੈ, ਕੀ ਸਿੱਖ ਸੰਸਥਾਵਾਂ ਉਹਦੇ ਨੇੜੇ ਤੇੜੇ ਹੈਗੀਆਂ ਨੇ, ਜਾਂ ਉਹਨੂੰ ਉਸ ਪਾਸੇ ਵੱਲ ਚੱਲਣ ਦੀ ਕੋਸ਼ਿਸ਼ ਕਰਦੀਆਂ ਨੇ, ਜਾਂ ਬਿਲਕੁਲ ਉਹ ਤੋਂ ਦੂਰ ਜਾ ਚੁੱਕੀਆਂ ਨੇ। ਤੇ ਜਿਹੜਾ ਜਾਤ ਪਾਤ ਦਾ ਕ੍ਰਾਈਸਿਸ ਅੱਜ ਵੀ ਸੁਸਾਇਟੀ 'ਚ ਦਿਖਾਈ ਦਿੰਦਾ ਹੈ, ਤਾਂ ਕੀ ਇਹਦੇ 'ਚ ਸਾਡੀ ਅਸਫਲਤਾ ਦਾ ਕਾਰਨ ਕੀ ਨੇ, ਉਹ ਵੀ ਲੱਭਣ ਦੇ ਸਵਾਲ ਨੇ। ਔਰ ਦੂਜੀ ਗੱਲ ਇਹ ਵੀ ਹੈ, ਅੱਜ ਦੇ ਦੌਰ ਦੇ ਵਿੱਚ ਪਹਿਲਾਂ ਔਰੰਗਜ਼ੇਬ ਦਾ ਰਾਜ ਸੀ, ਉਹ ਮੁਸਲਿਮ ਐਂਗਲ ਤੋਂ ਇਹ ਚਾਹੁੰਦਾ ਸੀ ਕਿ ਮੈਂ ਸਭ ਨੂੰ ਇਸ ਲੈਵਲ ਦੇ ਬਣਾ ਦੇਣਾ। ਅੱਜ RSS ਤੇ BJP ਦੇ ਰਾਜ ਦੇ ਵਿੱਚ ਜਿਹੜੀ ਹਿੰਦੂ ਤਵੀ ਸਿਆਸਤ ਦਾ ਦੌਰ ਸ਼ੁਰੂ ਹੁੰਦਾ ਕਿ ਸਾਰਿਆਂ ਨੂੰ ਇੱਕ ਦੇਸ਼, ਇੱਕ ਧਰਮ ਟਾਈਪ ਦਾ ਸਿਸਟਮ ਚੱਲ ਪਿਆ, ਇੱਕ ਦੇਸ਼ ਇੱਕ ਭਾਸ਼ਾ ਦਾ, ਇੱਕ ਦੇਸ਼ ਇੱਕ ਵੋਟ ਦਾ, ਇੱਕ ਦੇਸ਼ ਸਾਰਾ ਕੁਝ ਹੀ ਮਤਲਬ ਮਲੀਆ ਮੇਟ ਦਾ ਸਵਾਲ ਕਰਨ ਦੀ ਜਿਹੜੀ ਗੱਲ ਹੈ। ਔਰ ਉਹ ਜਿਹੜਾ ਸਵਾਲ ਹੈ ਕਿ ਜਿਹੜਾ ਵੱਖਰਾ ਵੀ ਬੋਲੇਗਾ ਵਿਚਾਰਧਾਰਕ ਤੌਰ 'ਤੇ, ਉਹਦੇ 'ਤੇ ਵੀ ਉਹਨੂੰ ਦੇਸ਼ ਧਰੋਹੀ ਦਾ ਕਰਾਰ ਦਿੱਤਾ ਜਾਏਗਾ। ਜਿਹੜਾ ਅਲੱਗ ਪਛਾਣ ਦੀ ਗੱਲ ਕਰੇਗਾ ਉਹ ਦੇਸ਼ ਧਰੋਹੀ ਬਣ ਜਾਏਗਾ। ਜਿਹੜੀ ਵੀ ਅਲੱਗ ਟਾਈਪ ਦੀਆਂ ਚੀਜ਼ਾਂ ਨੇ, ਇਹ ਅੱਜ ਉਹੇ ਜਿਹੇ ਮਾਹੌਲ 'ਚ ਜੇ ਅਲੱਗ ਖਾਏਗਾ ਉਹਨੂੰ ਹਜੂਮੀ ਭੀੜ ਮਾਰ ਦੇਗੀ, ਜੇ ਅਲੱਗ ਪਹਿਨੇਗਾ ਤਾਂ ਵੀ ਉਹਦੇ ਨਾਲ ਵਿਤਕਰਾ ਹੋ ਸਕਦਾ। ਬਾਕੀ ਚੀਜ਼ਾਂ ਨੇ, ਇੱਕ ਬਰਤਾਂਤ ਚੱਲਿਆ ਪਿਛਲੇ ਸਾਲਾਂ ਦੇ ਵਿੱਚ। ਉਹਨਾਂ ਸਾਲਾਂ ਦੇ ਵਿੱਚ ਜੇ ਉਸ ਸਮੇਂ ਕੁਰਬਾਨੀਆਂ ਦੀ ਮੰਗ ਕੀਤੀ ਗਈ ਸੀ, ਉਸ ਸਮੇਂ ਇਸ ਲੈਵਲ ਦੇ ਇੱਕ ਸਾਰੀਆਂ ਧਿਰਾਂ ਨੂੰ ਇਕਜੁੱਟ ਕਰਕੇ ਇੱਕ ਵੱਡੀ ਲੜਾਈ ਵਿੱਢੀ ਗਈ ਸੀ ਦੇਸ਼ ਦੇ ਵਿੱਚ, ਤਾਂ ਜਿਹੜੀ ਗੱਲ ਤੇ ਉਹ ਇਹ ਕਹਿੰਦੇ ਨੇ ਕਿ ਜੇ ਗੁਰੂ ਗੋਬਿੰਦ ਸਿੰਘ ਨਾ ਹੁੰਦੇ ਤਾਂ ਪਤਾ ਨਹੀਂ ਐ ਹੁੰਦਾ। ਤਾਂ ਅੱਜ ਜੇਕਰ ਦੂਜੀ ਧਿਰ ਉਹੀ ਗੱਲ ਕਰ ਰਹੀ ਹੈ, ਤਾਂ ਉਸ ਫਿਲਾਸਫੀ ਦਾ, ਉਸ ਵਿਚਾਰਧਾਰਾ ਦਾ, ਉਸ ਲੈਵਲ ਦੇ ਮਨੁੱਖਾਂ ਦਾ, ਉਸ ਲੈਵਲ ਦੀ ਲੜਾਈ ਦਾ ਅੱਜ ਹੋਰ ਵੀ ਜ਼ਿਆਦਾ ਜ਼ਰੂਰਤ ਮਹਿਸੂਸ ਹੁੰਦੀ ਹੈ। ਔਰ ਸ਼ਾਇਦ ਇਸੇ ਲਈ ਕਿਸਾਨ ਅੰਦੋਲਨ ਦਾ ਜਿਹੜਾ ਸਵਾਲ ਵੀ ਹੈ, ਇਹ ਸਵਾਲ ਇਸੇ ਕਰਕੇ ਇਹ ਹੈ ਕਿ ਕਿਸੇ ਇੱਕ ਪਛਾਣ ਦਾ ਸਵਾਲ ਨਹੀਂ, ਇਹ ਸਭ ਦਾ ਅੰਦੋਲਨ ਇਸੇ ਕਰਕੇ ਹੈ ਕਿ ਇਹਦੇ ਸਾਰੇ ਲੋਕਾਂ ਨੂੰ ਮਿਲ ਕੇ ਲੜਨਾ ਪਏਗਾ। ਔਰ ਕਿਸਾਨ ਅੰਦੋਲਨ ਨੂੰ ਵੀ
ਪਿੱਛੇ ਪਾਉਣ ਦੇ ਵਾਸਤੇ ਸਾਰੀਆਂ ਕੋਸ਼ਿਸ਼ਾਂ ਜਿਹੜੀਆਂ ਹੋਈਆਂ ਨੇ, ਚਾਹੇ ਉਹ ਖਾਲਿਸਤਾਨੀ ਦਾ ਨਾਂ, ਮਾਓਵਾਦੀ ਦਾ ਨਾਂ, ਟੁਕੜੇ ਟੁਕੜੇ ਗੈਂਗ ਦਾ ਨਾਂ, ਜੋ ਵੀ ਆਏ, ਇਹ ਫੁੱਟ ਪਾਉਣ ਦਾ ਇੱਕ ਤਰੀਕਾ ਸੀ ਕਿ ਸਾਰੇ ਲੋਕ ਮਿਲਣ ਨਾ ਆਪਸ ਦੇ ਵਿੱਚ, ਉਹਨਾਂ ਦੇ ਵਿੱਚ ਆਪਸੀ ਦੁਫੇੜ ਪੈ ਜੇ। ਹੁਣ ਇਹ 5 ਰਾਜਾਂ 'ਚ ਚੋਣਾਂ ਹੋ ਰਹੀਆਂ ਨੇ, ਉੱਥੇ ਵੀ ਹਿੰਦੂ ਮੁਸਲਮ ਚੀਕਿਆ ਜਾ ਰਿਹਾ, ਸਾਰਾ ਕੁਝ ਸਭ ਦੇ ਸਾਹਮਣੇ। ਮਤਲਬ ਸੁਸਾਇਟੀ 'ਚ ਤੋੜਨ ਵਾਲੀ, ਵੰਡ ਪਾਉਣ ਵਾਲੀ ਫਿਰਕੂ ਇੱਕ ਪਹੁੰਚ ਹੈ ਜਿਹੜੀ, ਇਹ ਉਦੋਂ ਵੀ ਸੀ ਤੇ ਅੱਜ ਬੜੇ ਮਤਲਬ ਸੂਖਮ ਤਰੀਕੇ ਨਾਲ ਸੋ ਕਾਲ ਡੈਮੋਕ੍ਰੇਸੀ ਦੇ ਜ਼ਰੀਏ, ਵੋਟ ਤੰਤਰ ਦੇ ਰਾਹੀਂ ਵੀ ਇਹ ਪ੍ਰਚਾਰੀ ਜਾ ਰਹੀ ਹੈ ਤੇ ਪ੍ਰਸਾਰੀ ਜਾ ਰਹੀ ਹੈ। ਉਹਦੇ ਖਿਲਾਫ ਅੱਜ ਹੋਰ ਵੀ ਉਲਝਣ ਭਰਪੂਰ ਕੰਮ ਹੈ ਉਸ ਪੱਧਰ ਦੇ ਉੱਤੇ। ਇਸ ਲਈ ਉਹ ਦਿਹਾੜੇ ਨੂੰ ਸਮਝਦੇ ਹੋਏ ਅੱਜ ਦੇ ਹਾਲਾਤ ਦੇ ਮੁਤਾਬਕ ਕਿਸ ਲੈਵਲ ਦੇ ਸੰਗਠਨਾਂ ਦੀ ਜ਼ਰੂਰਤ ਹੈ ਔਰ ਕਿਸ ਲੈਵਲ ਦੀ ਜਦੋਜਹਿਦ ਦੀ ਜ਼ਰੂਰਤ ਹੈ, ਇਹਦੇ ਤੇ ਗੱਲ ਕਰਨੀ 13 ਅਪ੍ਰੈਲ ਨੂੰ ਹੋਰ ਵੀ ਜ਼ਿਆਦਾ ਜ਼ਰੂਰੀ ਹੈ ਜੀ। ਹਮੀਰ ਸਿੰਘ ਜੀ, 13 ਅਪ੍ਰੈਲ ਨੂੰ ਜਿਹੜਾ ਹੈ ਜਲਿਆਂਵਾਲੇ ਬਾਗ ਦੇ ਵਿੱਚ ਘਟਨਾ ਵਾਪਰੀ ਸੀ, ਜਦੋਂ ਦੇਸ਼ ਨੂੰ ਆਜ਼ਾਦੀ ਦੀ ਮੰਗ ਨੂੰ ਲੈ ਕੇ ਦੇਸ਼ ਦੇ ਲੋਕ ਜਿਹੜੇ ਸੀ ਵੱਡੀ ਗਿਣਤੀ ਵਿੱਚ ਅੰਗਰੇਜ਼ਾਂ ਦੇ ਖਿਲਾਫ ਸੰਘਰਸ਼ ਕਰ ਰਹੇ ਸੀ ਤੇ ਅੰਗਰੇਜ਼ਾਂ ਨੇ, ਜਨਰਲ ਡਾਇਰ ਨੇ ਸੀ, ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਉਹਨਾਂ 'ਤੇ ਗੋਲੀਆਂ ਚਲਾਈਆਂ ਗਈਆਂ। ਹਜ਼ਾਰਾਂ ਲੋਕਾਂ ਨੂੰ ਜਿਹੜਾ ਸੀ ਮੌਤ ਦੀ ਘਾਟ ਉਤਾਰ ਦਿੱਤਾ ਗਿਆ ਸੀ। ਤੇ ਅੱਜ ਉਸੇ ਤਰ੍ਹਾਂ ਜੇਕਰ ਗੱਲ ਕਰੀਏ, ਦੇਸ਼ ਦੇ ਵਿੱਚ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਵਰਗ ਜਿਹੜਾ ਹੈਗਾ ਸੰਘਰਸ਼ ਕਰ ਰਿਹਾ ਤੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੁਸੀਂ ਇਹ ਦੋਨੋਂ ਸੰਘਰਸ਼ਾਂ ਨੂੰ ਕਿਵੇਂ ਆਪਸ 'ਚ ਜੋੜ ਕੇ ਦੇਖਦੇ ਹੋ? ਜਲਿਆਂਵਾਲਾ ਬਾਗ ਵੀ ਮਤਲਬ ਕਾਲੇ ਕਾਨੂੰਨ ਦੇ ਖਿਲਾਫ ਹੀ ਸੀ ਕਿ ਲੋਕ ਇਹ ਮੰਗ ਕਰ ਰਹੇ ਸੀ, ਕਿ ਸਾਰੇ ਦੇਸ਼ ਦੇ ਵਿੱਚ ਹੀ ਮੰਗ ਕਰ ਰਹੇ ਸੀ ਉਸ ਸਮੇਂ 'ਚ ਕਿ ਕਾਨੂੰਨ ਵਾਪਸ ਲਓ। ਹਾਲਾਂਕਿ ਉਹ ਅੰਗਰੇਜ਼ ਉਸ ਲੈਵਲ ਤੇ ਆ ਰਹੇ ਸੀ ਔਰ ਉਸੇ ਦੇ ਲਈ ਇੱਕ ਸ਼ਾਂਤਮਈ ਤਰੀਕੇ ਦਾ ਜਲਿਆਂਵਾਲੇ ਬਾਗ ਦੇ ਵਿੱਚ ਇੱਕ ਮੀਟਿੰਗ ਤੇ ਰੈਲੀ ਸੀ। ਔਰ ਸਭ ਤੋਂ ਬੜਾ ਕੁਐਸਚਨ ਇਹ ਸੀ, ਅੰਗਰੇਜ਼ਾਂ ਨੇ ਇੱਕ ਕੰਮ ਸ਼ੁਰੂ ਕੀਤਾ ਹੋਇਆ ਸੀ ਜਿਹੜਾ, ਉਹ ਵੀ ਕੰਮ ਇਹੀ ਸੀ ਕਿ ਉਹ ਚਾਹੁੰਦੇ ਸੀ ਕਿ ਇਹਨਾਂ 'ਚ ਵੰਡੀ ਕਿਸੇ ਨਾ ਕਿਸੇ ਤਰੀਕੇ ਨਾਲ ਪਾਈ ਜਾਵੇ। ਇਸੇ ਕਰਕੇ ਸ਼ਾਇਦ ਸ਼ੁਰੂਆਤੀ ਦੌਰ 'ਚ 1909 'ਚ, ਫਿਰ 1916 'ਚ, ਫਿਰ 1935 'ਚ ਇਹ ਸਾਰੇ ਜਿਹੜੇ ਪਾਰਟੀਕੂਲਰ ਚੱਲੇ, ਜਿਹੜੇ ਪਹਿਲਾਂ ਜਿਹੜੇ ਥੋੜ੍ਹਾ ਬਹੁਤ ਅਧਿਕਾਰ, ਪੋਲੀਟੀਕਲ ਅਧਿਕਾਰ ਦਿੱਤੇ ਜਾਂਦੇ ਰਹੇ, ਉਹ ਧਰਮ ਦੇ ਆਧਾਰ 'ਤੇ ਦਿੱਤੇ ਜਾਂਦੇ ਰਹੇ ਕਿ ਜਿੰਨੇ ਤੋਂ ਤੁਸੀਂ ਮੁਸਲਿਮ ਹੋ ਤਾਂ ਉਹ ਏਰੀਆ 'ਚ ਮੁਸਲਮਾਨ ਖੜਾ ਹੋਏਗਾ, ਜਿਹੜੇ 'ਚ ਮਤਲਬ ਤੁਸੀਂ ਹਿੰਦੂ ਹੋ ਹਿੰਦੂ ਖੜਾ ਹੋਏਗਾ, ਜਿੰਨਾ ਥੋੜ੍ਹਾ ਬਹੁਤ ਸਿੱਖੀ ਦੇ ਵੱਧ ਉਹਦੇ 'ਚ। ਜਦੋਂ ਧਰਮ ਦੇ ਆਧਾਰ 'ਤੇ ਤੁਸੀਂ ਵੋਟ ਪ੍ਰਣਾਲੀ ਦੇਤੀ ਤੇ ਉਸ ਆਧਾਰ 'ਤੇ ਨੁਮਾਇੰਦੇ ਚੁਣੇ ਜਾਣਗੇ, ਤਾਂ ਕਿਤੇ ਨਾ ਕਿਤੇ ਤੋਂ ਤੁਸੀਂ ਲੋਕਾਂ ਦੇ ਵਿੱਚ ਇੱਕ ਲੈਵਲ ਦੀ ਦੁਫੇੜ ਉਸ ਲੈਵਲ 'ਤੇ ਖੜੀ ਕਰਨ ਦੀ ਸ਼ੁਰੂ ਕੀਤੀ ਸੀ ਜੀ। ਤੇ ਉਦੋਂ ਪਹਿਲਾਂ ਵੀ ਅੰਗਰੇਜ਼ਾਂ ਨੇ 1905 ਦੇ ਵਿੱਚ ਇੱਕ ਵੰਡ ਪਾਤੀ ਸੀ, ਜਿਹੜੀ ਲਾਰਡ ਕਰਜ਼ਨ ਦੀ ਗੱਲ ਕਹੀ ਜਾਂਦੇ ਬੰਗਾਲ ਦੇ ਵਿੱਚ। ਉਦੋਂ ਵੀ ਇੱਕ ਅੰਦੋਲਨ ਹੋਇਆ, ਬੜਾ ਵੱਡਾ ਅੰਦੋਲਨ ਹੋਇਆ। ਤੇ ਉਦੋਂ ਬਾਅਦ ਇਹ ਸਾਰੀਆਂ ਚੀਜ਼ਾਂ ਜਿਹੜਾ ਲੋਕਾਂ ਦੇ ਵਿੱਚ ਫੁੱਟ ਪਾਉਣ ਦੀਆਂ ਸੀ ਜਾਂ ਲੋਕਾਂ 'ਤੇ ਤਸ਼ੱਦਦ ਹੋਰ ਕਰਨ ਦੀਆਂ ਸੀ, ਜਦੋਂ ਐਕਟ ਆਏ ਤਾਂ ਉਸ ਐਕਟ ਦੇ ਮਾਮਲੇ ਦੇ ਵਿੱਚ ਜਲਿਆਂਵਾਲੇ ਬਾਗ ਦੇ ਵਿੱਚ ਸਾਰੇ ਧਰਮਾਂ ਦੇ, ਸਾਰੀਆਂ ਧਿਰਾਂ ਦੇ ਉਹਨਾਂ ਨੇ ਲੰਗਰ ਵੀ ਲਾਇਆ, ਸਾਰੇ ਟਾਈਪ ਦੇ ਲੋਕ ਲੀਡਰ ਸੀ ਤੇ ਵਿੱਚ ਆ ਕੇ ਸਾਂਝੀਵਾਲਤਾ ਦਾ ਜਿਹੜਾ ਸੰਦੇਸ਼ ਸੀ, ਉਹ ਸ਼ਾਇਦ ਉਹਨੂੰ ਸਭ ਤੋਂ ਜ਼ਿਆਦਾ ਮਤਲਬ ਚੁਣੌਤੀਪੂਰਨ ਲੱਗਿਆ ਕਿ ਇਹ ਮੈਸੇਜ ਹੋਰ ਤਰ੍ਹਾਂ ਦਾ ਦੇਗਾ। ਇਹ ਇੱਕ ਕਲੈਕਟਿਵ ਸਮੂਹਿਕ ਸੋਚ ਦੀ ਜਿਹੜੀ ਪ੍ਰਤੀਨਿਧਤਾ ਕਰ ਰਿਹਾ ਅੰਦੋਲਨ ਹੈ। ਔਰ ਇਸੇ ਵਾਸਤੇ ਜਿਹੜਾ ਕਈ ਵਾਰ ਅਫਸਰਾਂ ਦਾ ਵੀ ਆਪਣਾ ਇੱਕ ਖੁਮਾਰ ਹੁੰਦਾ, ਦਿਮਾਗ ਦੇ ਵਿੱਚ ਆਪਣਾ ਜਨੂਨ ਹੁੰਦਾ। ਉਸ ਵੇਲੇ ਦੇ ਗਵਰਨਰ ਨੇ ਵੀ ਇਜਾਜ਼ਤ ਦਿੱਤੀ ਤੇ ਜਿਹੜਾ ਜਨਰਲ ਡਾਇਰ ਸੀ ਉਹਨੇ ਮਤਲਬ ਬੜੇ ਹੀ ਉਸ ਤਰੀਕੇ ਦੇ ਨਾਲ, ਜਿਵੇਂ ਕਹਿੰਦੇ ਇਨਹਿਊਮਨ, ਗੈਰ ਮਨੁੱਖੀ ਤਰੀਕੇ ਦੇ ਨਾਲ ਬੰਦਿਆਂ 'ਤੇ ਗੋਲੀਆਂ ਚਲਾਈਆਂ, ਖੂਹ ਭਰ ਗਿਆ। ਬਾਕੀ ਲੋਕ ਕਿੰਨੇ ਹੀ ਬੰਦੇ ਉਸ ਦਾ ਸ਼ਿਕਾਰ ਹੋ ਗਏ। ਮੰਨਿਆ ਜਾਂਦਾ ਅਜੇ ਤੱਕ ਕੋਈ ਪ੍ਰੋਪਰ ਉਵੇਂ ਫਿਗਰ ਨਹੀਂ ਹੈ। 379 ਦੀ ਫਿਗਰ ਤਾਂ ਸਾਹਮਣੇ ਆਈ, ਜਿਨ੍ਹਾਂ ਦੇ ਪਰਿਵਾਰ ਲੱਭ ਕੇ ਇਹ ਕਿਹਾ ਗਿਆ ਕਿ ਉਹਨਾਂ ਨੂੰ ਬਾਅਦ ਦੇ ਵਿੱਚ ਸਨਮਾਨਿਤ ਕਰਨ ਦਾ ਜਿਹੜਾ ਇੱਕ ਸਿਸਟਮ ਸੀ। ਔਰ ਉਹ ਜਲਿਆਂਵਾਲੇ ਬਾਗ ਦੀ ਘਟਨਾ ਜਿਹੜੀ ਸੀ, ਉਹਨੇ ਬਹੁਤ ਹਲੂਣਾ ਦਿੱਤਾ ਲੋਕਾਂ ਨੂੰ, ਦੇਸ਼ ਦਿਆਂ ਨੂੰ। ਔਰ ਐਡਾ ਵੱਡਾ ਹਲੂਣਾ ਦਿੱਤਾ ਕਿ ਸਭ ਧਿਰਾਂ ਜਿਹੜੀਆਂ ਵੱਖ-ਵੱਖ ਤਰ੍ਹਾਂ ਦੀਆਂ ਵੀ ਲੜ ਰਹੀਆਂ ਸੀ, ਉਹ ਸਭ ਨੂੰ ਇਹਦੇ ਬਾਰੇ ਸੋਚਣਾ ਪਿਆ। ਤੇ ਇਸੇ ਲਈ ਪੰਜਾਬ ਤੋਂ ਜਲਿਆਂਵਾਲੇ ਬਾਗ ਦੀ ਘਟਨਾ ਤੋਂ ਹੀ ਬਾਅਦ ਇਹ ਕਿਹਾ ਜਾ ਰਿਹਾ ਕਿ ਉਦੋਂ ਭਗਤ ਸਿੰਘ ਵੀ ਬੜੀ ਛੋਟੀ ਉਮਰ ਦੇ ਵਿੱਚ ਸੀ ਤੇ ਉਹਨਾਂ 'ਤੇ ਵੀ ਬੜਾ ਪ੍ਰਭਾਵ ਸੀ। ਪਰ ਊਧਮ ਸਿੰਘ 'ਤੇ ਜਿਸ ਲੈਵਲ ਦਾ ਪ੍ਰਭਾਵ ਬਣਿਆ, ਉਹ ਤਾਂ ਜਾ ਕੇ ਜਨਰਲ ਡਾਇਰ ਦਾ ਇੰਨੇ ਲੰਮੇ ਸਮੇਂ ਬਾਅਦ ਬਦਲਾ ਲੈਣ ਦਾ ਜਿਹੜਾ ਸਵਾਲ ਵੀ ਆਉਂਦਾ ਹੈ। ਤੇ ਇਹ ਉਸ ਪੱਧਰ ਦਾ ਕੁਐਸਚਨ ਸੀਗਾ ਜਿਹੜਾ ਅੱਜ ਵੀ ਜੇਕਰ ਕੋਈ ਉੱਥੇ ਲੁਕ ਜਾਂਦਾ, ਜਿਹੜਾ ਇੱਕ ਸਾਂਝੀਵਾਲਤਾ ਦਾ ਪ੍ਰਤੀਕ ਹੈ। ਇਹ ਉਹੀ ਪੁਰਾਣੀ ਸਿੱਖੀ ਦਾ ਸਵਾਲ ਵੀ ਹੈ, ਇੱਕ ਪੂਰੇ ਕਲਚਰ ਦਾ ਸਵਾਲ ਵੀ ਹੈ ਕਿ ਜਿਹੜੀ ਵੀ ਚੀਜ਼ ਸਾਂਝੀਵਾਲਤਾ ਦਾ ਪ੍ਰਤੀਕ ਹੁੰਦੀ ਹੈ, ਉਹ ਉਹਨਾਂ ਹੁਕਮਰਾਨਾਂ ਨੂੰ ਜ਼ਿਆਦਾ ਮਤਲਬ ਨਹੀਂ ਪਾਉਂਦੀ ਜਿਹੜੇ ਵੰਡ ਕੇ ਆਪਣਾ ਉੱਲੂ ਸਿੱਧਾ ਕਰਕੇ ਜਾਂ ਆਪਣੀ ਹਕੂਮਤ ਦਾ ਟਾਈਮ ਵਧਾਉਣ ਦੀ ਗੱਲ ਕਰਦੇ ਨੇ ਜਾਂ ਆਪਣੀ ਮਨਮਾਨੀ ਕਰਨਾ ਚਾਹੁੰਦੇ ਨੇ।
ਜੇ ਤਾਂ ਸਮਾਜ ਦੇ ਵਿੱਚ ਇਨਸਾਫ ਪਸੰਦ ਰਾਜ ਦੀ ਗੱਲ ਕਰਨੀ ਹੋਵੇ ਫਿਰ ਤਾਂ ਉਹ ਸਗੋਂ ਉਹਨਾਂ ਦੇ ਸਪੋਰਟ ਕਰਦੇ ਨੇ ਇਹ ਜਿਹੀਆਂ ਘਟਨਾਵਾਂ। ਜਿਨ੍ਹਾਂ ਨੇ ਉਹਦੇ ਖਿਲਾਫ ਇਸ ਲੈਵਲ ਦੀ ਗੱਲ ਕੀਤੀ ਹੈ ਉਹ ਸਪੋਰਟ ਨਹੀਂ ਕਰਦੀਆਂ। ਔਰ ਜਲਿਆਂਵਾਲੇ ਬਾਗ ਦਾ ਜਿਹੜਾ ਅੰਦੋਲਨ ਹੈ ਇਹ ਸਮੁੱਚੇ ਪੰਜਾਬੀਆਂ ਦੇ ਇਕਜੁੱਟਤਾ ਦਾ ਅੰਦੋਲਨ ਸੀ। ਇਸੇ ਤਰ੍ਹਾਂ ਜਿਹੜਾ ਇਹ ਕਿਸਾਨ ਅੰਦੋਲਨ ਹੈ ਇਹ ਸਮੁੱਚੇ ਪੰਜਾਬੀਆਂ ਤੇ ਪੂਰੇ ਦੇਸ਼ ਵਾਸੀਆਂ ਨੂੰ ਪ੍ਰੇਰਨਾ ਦੇਣ ਵਾਲਾ ਹੈ। ਇਸੇ ਕਰਕੇ ਸ਼ਾਇਦ ਇਹ ਬਹੁਤ ਵੱਡੀ ਗੱਲ ਹੋਈ ਹੈ ਕਿ ਪੰਜਾਬ ਤੋਂ ਸ਼ੁਰੂ ਹੋਏ ਇਸ ਅੰਦੋਲਨ ਨਾਲ ਫਿਰ ਹਰਿਆਣਾ ਜੁੜਿਆ, ਯੂਪੀ, ਉੱਤਰਾਖੰਡ, ਟੋਟਲ ਦੇਸ਼ ਹੀ ਨਹੀਂ ਜੁੜਿਆ, ਪੂਰੇ ਵਿਦੇਸ਼ਾਂ ਤੱਕ ਵੀ ਇਹਦਾ ਸਮਰਥਨ ਜਿਹੜਾ ਅੱਜ ਤੱਕ ਹੋ ਰਿਹਾ ਉਸ ਪੱਧਰ ਦੇ ਉੱਤੇ। ਇਸੇ ਲਈ ਇਹ ਜਿਹੜਾ ਜਲਿਆਂਵਾਲੇ ਬਾਗ ਦਾ ਜਿਹੜਾ ਸਾਕਾ ਹੋਇਆ, ਅੱਜ ਜਦੋਂ ਇਹਨਾਂ ਦੋਨਾਂ ਤਿੰਨਾਂ ਚੀਜ਼ਾਂ ਦੀ ਗੱਲ ਉੱਥੇ ਹੋਏਗੀ ਤਾਂ ਇਹ ਵਿਰਸੇ ਨਾਲ ਜੁੜ ਕੇ ਵਿਰਸਾ ਤੁਹਾਡੀਆਂ ਅੰਦੋਲਨਾਂ ਨੂੰ, ਤੁਹਾਡੀ ਦ੍ਰਿੜਤਾ ਨੂੰ, ਤੁਹਾਡੀ ਕੁਰਬਾਨੀ ਦੀ ਭਾਵਨਾ ਨੂੰ ਮਜ਼ਬੂਤ ਕਰਦਾ ਹੈ ਹਮੇਸ਼ਾ ਹੀ। ਉਹ ਤੁਹਾਡੇ 'ਚ ਨਵਾਂ ਉਤਸ਼ਾਹ ਪੈਦਾ ਕਰਦਾ। ਇਹ ਨਵੇਂ ਉਤਸ਼ਾਹ ਪੈਦਾ ਕਰਨ ਦੇ ਇੱਕ ਤਰੀਕੇ ਨੇ। ਔਰ ਜਿਹੜੇ ਉਸ ਪੱਧਰ ਦੇ ਉੱਤੇ ਹੋਣਗੇ ਇਸ ਕਿਸਾਨ ਸੰਘਰਸ਼ਾਂ ਦੇ ਵਿੱਚ, ਬਾਰਡਰ 'ਤੇ ਤਾਂ ਹੋਣਗੇ ਹੀ, ਅਜੇ ਵੀ ਇਹ ਸਾਰੇ ਕਿਤੇ, ਚਾਹੇ ਟੋਲ ਪਲਾਜੇ ਨੇ, ਚਾਹੇ ਮਾਲ ਨੇ, ਜਾਂ ਪੈਟਰੋਲ ਪੰਪ ਨੇ, ਜਿੱਥੇ ਜਿੱਥੇ ਵੀ ਧਰਨੇ ਚੱਲ ਰਹੇ ਨੇ ਉੱਥੇ ਵੀ ਚੱਲ ਰਹੇ ਨੇ। ਇਹ ਸਾਰੇ ਸਮਾਗਮ ਅਲੱਗ-ਅਲੱਗ ਰੂਪ ਦੇ ਵਿੱਚ ਹੋਣਗੇ। ਇਹ ਤਿੰਨੇ ਦੀਆਂ ਤਿੰਨੇ ਚਾਹੇ ਵੱਖ-ਵੱਖ ਸਮਿਆਂ 'ਚ ਵਾਪਰੀਆਂ ਘਟਨਾਵਾਂ ਨੇ, ਪਰ ਇਹ ਲਗਭਗ ਇੱਕ ਗੱਲ ਤਿੰਨੋਂ ਕਰਦੀਆਂ ਨੇ ਕਿ ਇਹ ਆਮ ਲੋਕਾਂ ਦੀ ਰੋਜੀ ਰੋਟੀ ਦਾ ਸਵਾਲ, ਆਮ ਲੋਕਾਂ ਦੀ ਲੜਾਈ ਨੂੰ ਹੋਰ ਜ਼ਿਆਦਾ ਪੁਖਤਾ ਕਰਨ ਦਾ ਸਵਾਲ, ਤੇ ਸਾਂਝੀਵਾਲਤਾ ਦਾ ਇੱਕ ਸੁਨੇਹਾ ਦੇਣ ਦਾ ਜਿਹੜਾ ਸਵਾਲ ਹੈ ਉਹਨੂੰ ਪ੍ਰਣਾਈਆਂ ਹੋਈਆਂ ਨੇ। ਤੇ ਅੱਜ ਉਹਦੇ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਸਾਨੂੰ ਦੱਸਿਆ ਵੀ ਕਿਸਾਨ ਜਥੇਬੰਦੀਆਂ ਵੱਲੋਂ 13 ਅਪ੍ਰੈਲ ਨੂੰ ਜਿਹੜਾ ਹੈ ਸਾਂਝੇ ਤੌਰ 'ਤੇ ਮਨਾਉਣ ਦਾ ਫੈਸਲਾ ਕੀਤਾ ਹੈ ਤੇ ਇਹ ਦਿਨ ਜਿਹੜਾ ਹੈ ਕਿਸਾਨ ਅੰਦੋਲਨ ਨੂੰ ਇੱਕ ਨਵੀਂ ਰੰਗਤ ਦੇਵੇਗਾ, ਇੱਕ ਨਵਾਂ ਉਤਸ਼ਾਹ ਦੇਵੇਗਾ। ਹੁਣ ਇਹ ਕਿੰਨਾ ਕੁ ਉਤਸ਼ਾਹ ਦੇਵੇਗਾ ਜਾਂ ਇਹਦੇ ਕੀ ਨਤੀਜੇ ਜਿਹੜੇ ਹੈ ਸਾਹਮਣੇ ਆਉਣਗੇ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫੇਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।